ਕਾਂਗਰਸ ਕੀ ਹੁਣ ਜਿਹੜਾ ਅਸੀਂ ਅੰਦਰੂਨੀ ਕਲੇਸ਼ ਕਹਿ ਰਹੇ ਸੀਗੇ ਉਹ ਇੰਨਾ ਜ਼ਿਆਦਾ ਹੁਣ ਵੱਧ ਚੁੱਕਿਆ ਕਿ ਇੱਕ ਮਾੜਾ ਦੌਰ ਕਾਂਗਰਸ ਦਾ ਸ਼ੁਰੂ ਹੋ ਗਿਆ। ਮਾੜਾ ਦੌਰ ਤਾਂ 2014 ਤੋਂ ਹੀ ਚੱਲ ਰਿਹਾ। ਜਾਖੜ ਸਾਹਿਬ ਖੁੱਲ੍ਹ ਕੇ ਨਹੀਂ ਬੋਲੇ ਸੀਗੇ ਪਰ ਅੱਜ ਉਹਨਾਂ ਦੇ ਫੈਸਲੇ ਤੋਂ ਕਲੀਅਰ ਹੋ ਗਿਆ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਉਹ ਵੀ ਇਹੀ ਗੱਲਾਂ ਸੋਚਦੇ ਨਾ ਅਸੀਂ ਵੀ ਚਾਹੁੰਦੇ ਸੀ ਕਿ ਜਾਖੜ ਸਾਹਿਬ ਮੁੱਖ ਮੰਤਰੀ ਬਣਨ ਪੰਜਾਬ ਦੇ। ਉਸ ਸਮੇਂ ਅਸੀਂ ਸੋਚਦੇ ਸੀ, ਲੇਕਿਨ ਅੱਜ ਉਹ ਬੀਜੇਪੀ ਨੂੰ ਜੁਆਇਨ ਕਰਕੇ ਉਹ ਚੀਜ਼ਾਂ ਜਸਟੀਫਾਈ ਨਹੀਂ ਹੋ ਜਾਂਦੀਆਂ। ਇਹਦਾ ਮਤਲਬ ਜਾਖੜ ਸਾਹਿਬ ਦੀ ਸੋਚ ਦੇ ਵਿੱਚ ਫਰਕ ਸੀਗਾ। ਹਮੇਸ਼ਾ ਇਹ ਸੋਚੀਦਾ ਸੀ ਵੀ ਨਹੀਂ ਯਾਰ, ਸੁਨੀਲ ਕੁਮਾਰ ਜਾਖੜ ਇੱਕ ਅਸੂਲਾਂ ਵਾਲਾ ਬੰਦਾ ਵਾ, ਲੇਕਿਨ ਅੱਜ ਉਹ ਅਸੂਲ ਕਿੱਥੇ ਗਏ? ਅੱਜ ਉਹ 50 ਸਾਲਾਂ ਦੀ ਰਾਜਨੀਤੀ ਕਿੱਥੇ ਗਈ? ਦੋ ਭਰਾਵਾਂ 'ਚ ਕੋਈ ਰਿਸ਼ਤੇ 'ਚ ਫਿੱਕ ਪੈ ਜਾਏ, ਕੋਈ ਭਰਾ ਕਿਸੇ ਨੂੰ ਕੁਝ ਕਹਿ ਦੇ ਜਾਂ ਵੱਡਾ ਕੁਝ ਕਹਿ ਦੇ ਜਾਂ ਛੋਟਾ ਕਹਿ ਦੇ ਜਾਂ ਮਾਂ ਪਿਓ ਕੁਝ ਕਹਿ ਦੇਣ ਜੀ, ਤੇ ਫਿਰ ਆਪਾਂ ਉਹ ਸਾਰਾ ਰਿਸ਼ਤਾ ਪੁਰਾਣਾ ਸਭ ਖਤਮ ਕਰ ਦਈਦਾ ਇੱਕ ਵਾਰ 'ਚ। ਇਸ ਰਬਾਨੇ ਆ ਸਿੱਧੂ ਸਾਹਿਬ ਵੀ ਇਸ ਵੇਲੇ ਜਿਹੜੇ ਨੇ ਉਹਨਾਂ ਨੂੰ ਵੀ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਗਿਆ 1 ਸਾਲ ਦੀ ਸਜ਼ਾ ਹੋਈ ਹੈ, ਨਾਲ ਜੁਰਮਾਨਾ ਵੀ ਹੋਇਆ। ਸੋ ਉਸ ਨੂੰ ਕਿਸ ਤਰੀਕੇ ਨਾਲ ਲੈ ਰਹੇ ਹੋ? 1 ਸਾਲ ਦੀ ਸਜ਼ਾ ਹੋਈ ਆ, ਜ਼ਮਾਨਤ ਹੋ ਜੂਗੀ। ਕਾਂਗਰਸ ਦੇ ਥੰਬ ਸੀਗੇ ਉਹ ਹਿੱਲਦੇ ਦਿਖਾਈ ਦੇ ਰਹੇ ਨੇ। ਕਾਂਗਰਸ ਦੇ ਥੰਮ ਕਾਂਗਰਸ ਨੇ ਬਣਾਏ ਸੀ। ਇਹ ਕਿਹੜਾ ਕੋਈ ਬਾਹਰੋਂ ਮਤਲਬ ਵੀ ਬਹੁਤ ਮਾਸ ਲੀਡਰ ਸੀਗੇ ਸਾਰੇ ਵੀ ਜਿਨ੍ਹਾਂ ਨੇ ਆ ਕੇ ਪਾਰਟੀ ਨੂੰ ਮਤਲਬ ਇਹਨਾਂ ਦੇ ਕਿਸੇ ਦੇ ਖਾਨਦਾਨੀ ਤੌਰ ਦੇ ਉੱਤੇ ਪਾਰਟੀ ਸੀ, ਕਿਸੇ ਨੂੰ ਆ ਕੇ ਅਹੁਦੇ ਮਿਲੇ। ਔਰ ਅੱਜ ਉਹੀ ਜੇ ਅਗਰ ਬੁਨਿਆਦਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦੇ ਉੱਤੇ ਖੜੀ ਕੀਤੀ ਹੈ ਤਾਂ ਦੁਬਾਰਾ ਪਾਰਟੀ ਬੁਨਿਆਦ ਖੜੀ ਕਰ ਲੂਗੀ। ਜਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਗਏ ਸੀਗੇ ਉਹ ਵੀ ਬੀਜੇਪੀ ਦੇ ਵਿੱਚ ਪਹੁੰਚ ਗਏ, ਜਾਖੜ ਸਾਹਿਬ ਗਏ ਉਹ ਵੀ ਬੀਜੇਪੀ ਦੇ ਵਿੱਚ ਪਹੁੰਚ ਗਏ। ਸੋ ਬੀਜੇਪੀ ਕਿਉਂ? ਬੀਜੇਪੀ ਤੂਤੀ ਬੋਲ ਰਹੀ ਅੱਜ। ਬੀਜੇਪੀ ਦੀ ਦੇਸ਼ ਸਰਕਾਰ ਆ, ਸੈਂਟਰ ਸਰਕਾਰ ਆ। ਲੋਕਾਂ ਨੂੰ ਲੱਗਦਾ ਮਾਨਤਾ ਨੂੰ ਸੌਖੇ ਰਵਾਂਗੇ, ਸੌਖਾ ਸਮਾਂ ਕੱਢਾਂਗੇ, ਸਰਕਾਰਾਂ ਦੇ ਆਨੰਦ ਮਾਣਾਂਗੇ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਸ਼ੇਖਰ ਰਾਏ। ਸੋ ਅੱਜ ਕਾਂਗਰਸ ਬਾਰੇ ਗੱਲ ਕਰਨ ਲੱਗੇ ਹਾਂ ਜੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਔਰ ਅੱਜ ਦਾ ਦਿਨ ਕਾਫੀ ਜ਼ਿਆਦਾ ਭਾਰੀ ਜਿਹੜਾ ਕਾਂਗਰਸ ਦੇ ਉੱਤੇ ਸਾਬਤ ਹੋਇਆ। ਪੰਜਾਬ ਕਾਂਗਰਸ ਦੇ ਵਿੱਚੋਂ ਜਿੱਥੇ ਸੁਨੀਲ ਜਾਖੜ ਸਾਹਿਬ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ, ਉੱਧਰ ਹੀ ਦੂਜੇ ਪਾਸੇ ਸਿੱਧੂ ਸਾਹਿਬ ਦੇ ਉੱਤੇ 1988 ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ 1 ਸਾਲ ਦੀ ਸਜ਼ਾ ਹੁੰਦੀ ਹੈ ਤੇ ਨਾਲ ਜੁਰਮਾਨਾ ਵੀ ਹੁੰਦਾ। ਸੋ ਸਾਡੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਢਿੱਲੋਂ ਸਾਹਿਬ ਇੱਥੇ ਮੌਜੂਦ ਨੇ ਜੀ। ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਸਰ ਪਹਿਲਾ ਤਾਂ ਸਵਾਲ ਇਹੀ ਬਣਦਾ ਹੈ ਕਿ ਕਾਂਗਰਸ ਕੀ ਹੁਣ ਜਿਹੜਾ ਅਸੀਂ ਅੰਦਰੂਨੀ ਕਲੇਸ਼ ਕਹਿ ਰਹੇ ਸੀਗੇ ਉਹ ਇੰਨਾ ਜ਼ਿਆਦਾ ਹੁਣ ਵੱਧ ਚੁੱਕਿਆ ਕਿ ਇੱਕ ਮਾੜਾ ਦੌਰ ਕਾਂਗਰਸ ਦਾ ਸ਼ੁਰੂ ਹੋ ਗਿਆ। ਮਾੜਾ ਦੌਰ ਤਾਂ 2014 ਤੋਂ ਹੀ ਚੱਲ ਰਿਹਾ ਜੀ। ਦੌਰ ਸਮਾਂ ਇੱਕ ਔਖਾ ਪਾਰਟੀ ਵਾਸਤੇ, ਜਦੋਂ ਤੋਂ ਪਾਰਟੀ 42-43 ਸੀਟਾਂ ਤੇ ਸਿਮਟੀ ਆ। ਸੋ ਇਹ ਸਮੇਂ ਆਉਂਦੇ ਰਹਿੰਦੇ ਆ। ਇਹ ਤਾਂ ਨਹੀਂ ਆ ਵੀ ਮਾੜਾ ਸਦਾ ਹੀ ਰਹੂਗਾ। ਚੰਗਾ ਟਾਈਮ ਵੀ ਆਊਗਾ, ਮਿਹਨਤ ਕਰਨੀ ਪਊਗੀ, ਲੋਕਾਂ ਦੇ ਵਿੱਚ ਜਾਣਾ ਪਊਗਾ ਔਰ ਲੋਕਾਂ 'ਚ ਵਿਸ਼ਵਾਸ ਜਿਹੜਾ ਵਾ ਦੁਬਾਰਾ ਜਗਾਉਣਾ ਪਊਗਾ। ਇਹ ਗੱਲ ਚੰਗੀ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਐਕਸੈਪਟ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਕਹਿੰਦੇ ਕਿ ਉਸ ਵੇਲੇ ਸਮਾਂ ਬਦਲਣਾ ਸ਼ੁਰੂ ਹੁੰਦਾ ਜਦੋਂ ਐਕਸੈਪਟੈਂਸ ਆ ਜਾਂਦੀ ਹੈ। ਪਰ ਜਦੋਂ ਤੋਂ ਇਲੈਕਸ਼ਨ ਚੱਲ ਰਹੇ ਸੀਗੇ ਉਦੋਂ ਕਾਂਗਰਸ ਇਹ ਮੰਨਣ ਨੂੰ ਤਿਆਰ ਨਹੀਂ ਹੋ ਰਹੀ ਸੀਗੀ ਕਿ ਹਾਂ ਇਹ ਅੰਦਰਲੀ ਪ੍ਰੋਬਲਮਸ ਜਿਹੜੀਆਂ ਨੇ ਵੱਧ ਰਹੀਆਂ ਨੇ। ਔਰ ਕੈਪਟਨ ਸਾਹਿਬ ਇਹ ਗੱਲ ਬੋਲਦੇ ਰਹੇ ਕਿ ਸਿੱਧੂ ਸਾਹਿਬ ਦੇ ਵੀ ਸ਼ਾਇਦ ਜੋ ਬਿਆਨਬਾਜ਼ੀਆਂ ਨੇ ਉਹਦੇ ਕਰਕੇ ਵੀ ਕਾਫੀ ਮਾਹੌਲ ਖਰਾਬ ਹੋ ਰਿਹਾ। ਜਾਖੜ ਸਾਹਿਬ ਖੁੱਲ੍ਹ ਕੇ ਨਹੀਂ ਬੋਲੇ ਸੀਗੇ ਪਰ ਅੱਜ ਉਹਨਾਂ ਦੇ ਫੈਸਲੇ ਤੋਂ ਕਲੀਅਰ ਹੋ ਗਿਆ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਉਹ ਵੀ ਇਹੀ ਗੱਲਾਂ ਸੋਚਦੇ ਸੀ। ਬਿਲਕੁਲ, ਦੇਖੋ ਤੁਸੀਂ ਦੇਖੋ ਜੋ ਉਹਨਾਂ ਦਾ ਫੈਸਲਾ ਕੀਤਾ ਉਹਦਾ ਦੁੱਖ ਆ ਸਾਨੂੰ ਇਸ ਗੱਲ ਦੀ ਤਕਲੀਫ ਵੀ ਆ। ਔਰ ਕਿਉਂਕਿ ਅਸੀਂ ਵੀ ਚਾਹੁੰਦੇ ਸੀ ਵੀ ਜਾਖੜ ਸਾਹਿਬ ਮੁੱਖ ਮੰਤਰੀ ਬਣਨ ਪੰਜਾਬ ਦੇ। ਉਸ ਸਮੇਂ ਅਸੀਂ ਸੋਚਦੇ ਸੀ, ਲੇਕਿਨ ਅੱਜ ਉਹ ਬੀਜੇਪੀ ਨੂੰ ਜੁਆਇਨ ਕਰਕੇ ਉਹ ਚੀਜ਼ਾਂ ਜਸਟੀਫਾਈ ਨਹੀਂ ਹੋ ਜਾਂਦੀਆਂ। ਇਹਦਾ ਮਤਲਬ ਜਾਖੜ ਸਾਹਿਬ ਦੀ ਸੋਚ ਦੇ ਵਿੱਚ ਫਰਕ ਸੀਗਾ। ਜਾਖੜ ਸਾਹਿਬ ਕਿਤੇ ਨਾ ਕਿਤੇ ਕਮਜ਼ੋਰ ਪੈ ਗਏ। ਜਾਖੜ ਸਾਹਿਬ ਨੂੰ ਹਮੇਸ਼ਾ ਇਹ ਜਾਣਨਾ ਅਸੀਂ ਜਾਣਦੇ ਸੀ, ਦੇਖਦੇ ਸੀ ਔਰ ਹਮੇਸ਼ਾ ਇਹ ਸੋਚੀਦਾ ਸੀ ਵੀ ਨਹੀਂ ਯਾਰ, ਸੁਨੀਲ ਕੁਮਾਰ ਜਾਖੜ ਇੱਕ ਅਸੂਲਾਂ ਵਾਲਾ ਬੰਦਾ ਵਾ, ਲੇਕਿਨ ਅੱਜ ਉਹ ਅਸੂਲ ਕਿੱਥੇ ਗਏ? ਅੱਜ ਉਹ 50 ਸਾਲਾਂ ਦੀ ਰਾਜਨੀਤੀ ਕਿੱਥੇ ਗਈ? ਅੱਜ ਉਹ ਜਿਹੜੀ ਵਿਚਾਰਧਾਰਾ ਨਾਲ ਤੁਸੀਂ ਸਾਰੀ ਉਮਰ ਲੜਦੇ ਰਹੇ ਹੋ, ਅੱਜ ਤੁਸੀਂ ਉਸ ਵਿਚਾਰਧਾਰਾ ਨਾਲ ਜਾ ਕੇ ਦੁਬਾਰਾ ਜੁੜ ਗਏ। ਅੱਜ ਤੁਸੀਂ ਫਿਰ ਜਾ ਕੇ ਉਸ ਪਾਰਟੀ ਨਾਲ ਜੁੜ ਗਏ ਜਿਹਦੇ ਨਾਲ ਤੁਹਾਡਾ ਵਿਰੋਧ ਰਿਹਾ ਸਾਰੀ ਉਮਰ। ਫਿਰ ਇਹਦਾ ਮਤਲਬ ਜਿਹੜਾ 6 ਮਹੀਨੇ ਦੀ ਲੜਾਈ ਸੀ ਇਹਦੇ ਤਾਂ ਮਾਇਨੇ ਨਹੀਂ ਰਹਿ ਜਾਂਦੇ। ਫਿਰ ਤੁਸੀਂ ਆਹ ਲੜਾਈ ਵੀ ਖਤਮ ਕਰ ਦਿੰਦੇ। ਜਦੋਂ ਤੁਸੀਂ 50 ਸਾਲਾਂ ਦੀ ਲੜਾਈ ਨੂੰ ਮਤਲਬ ਸਰੈਂਡਰ ਕਰ ਸਕਦੇ ਹੋ ਤੇ ਫਿਰ 6 ਮਹੀਨੇ ਦੇ ਵਾਸਤੇ ਤਾਂ ਕੁਛ ਰਾਮ ਰੌਲਾ ਹੀ ਨਹੀਂ ਸੀ। ਫਿਰ ਕਿੱਡਾ ਕਰੌਲਾ ਸੀ। ਇੱਕ ਵਾਰੀ ਬਿਆਨ ਇੱਦਾਂ ਤਾਂ ਸਾਹਮਣੇ ਆਇਆ ਸੀਗਾ ਕਿ ਹਿੰਦੂ ਚਿਹਰਾ ਹੋਣ ਕਰਕੇ ਸੁਨੀਲ ਜਾਖੜ ਸਾਹਿਬ ਨੂੰ ਪਿੱਛੇ ਕਰ ਦਿੱਤਾ ਗਿਆ ਉਹਦੇ ਤੋਂ। ਫਿਰ ਉਸ ਤੋਂ ਬਾਅਦ ਉਹ ਬਾਅਦ ਦੇ ਵਿੱਚੋਂ ਉਹਨਾਂ ਨੇ ਕਲੈਰੀਫਿਕੇਸ਼ਨ ਵੀ ਦੇ ਦਿੱਤੀ ਕਿ ਇੱਦਾਂ ਦਾ ਕੁਝ ਮਤਲਬ ਨਹੀਂ ਸੀ। ਔਰ ਇੱਦਾਂ ਅਸੀਂ ਦੇਖਦੇ ਰਹੇ ਹਾਂ ਕਿ ਸੁਨੀਲ ਜਾਖੜ ਸਾਹਿਬ ਪਹਿਲਾਂ ਕੁਝ ਕਹਿ ਦਿੰਦੇ ਸੀ ਤੇ ਬਿਆਨ ਬਦਲ ਦਿੱਤਾ ਜਾਂਦਾ ਸੀ ਬਾਅਦ ਦੇ ਵਿੱਚ। ਤਾਂ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਪਾਰਟੀ ਨੇ ਇਸ ਚੀਜ਼ ਨੂੰ ਹੈਂਡਲ ਕਿਉਂ ਨਹੀਂ ਕੀਤਾ? ਦੇਖੋ, ਪਾਰਟੀ ਦੇ ਕਸੂਰ ਤੁਸੀਂ ਕੱਢਣ ਤੋਂ ਬਜਾਏ ਮੈਨੂੰ ਇਹ ਲੱਗਦਾ ਵੀ ਜਾਖੜ ਸਾਹਿਬ ਕਮਜ਼ੋਰ ਪੈ ਗਏ। ਪਾਰਟੀ ਨੇ ਤਾਂ ਉਹਨਾਂ ਨੂੰ ਹਰ ਚੀਜ਼ ਦਾ ਮਾਨ ਸਨਮਾਨ, ਅਹੁਦਾ ਸਭ ਕੁਝ ਦਿੱਤਾ। ਪਾਰਟੀ ਵੱਲੋਂ ਕਿੱਥੇ ਕਮੀ ਰਹਿ ਗਈ? ਪਾਰਟੀ ਤਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਵੀ ਅਗਰ ਸੋਚ ਰਹੀ ਸੀ ਤੇ ਪਾਰਟੀ ਤਾਂ ਉਹਨਾਂ ਬਾਰੇ ਚੰਗਾ ਸੋਚ ਰਹੀ ਸੀ ਨਾ ਜੀ। ਪਰਿਸਥਿਤੀਆਂ, ਮਜਬੂਰੀਆਂ ਕਈ ਪਾਰਟੀ ਦੇ ਵਿੱਚ ਬਣ ਜਾਂਦੀਆਂ, ਲੇਕਿਨ ਜਾਖੜ ਸਾਹਿਬ ਕਿਉਂ ਕਮਜ਼ੋਰ ਪੈ ਗਏ? ਜਾਖੜ ਸਾਹਿਬ ਕਿਉਂ 50 ਸਾਲਾਂ ਦੀ ਆਪਣੀ ਲੜਾਈ ਭੁੱਲ ਕੇ ਇਸ ਪਾਸੇ ਨੂੰ ਚੱਲ ਪਏ?
ਇਹ ਤਾਂ ਜਾਖੜ ਸਾਹਿਬ ਨੂੰ ਜਵਾਬ ਦੇਈਓ। ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਵੀ ਕਿਹਾ ਕਿ ਜਦੋਂ ਉੱਥੇ ਜੁਆਇਨਿੰਗ ਕਰ ਰਹੇ ਸੀਗੇ ਤਾਂ ਕਹਿੰਦੇ ਕਿ ਮੈਂ ਵੱਖ ਤੇ 11 ਮਈ ਨੂੰ ਹੀ ਹੋ ਗਿਆ ਸੀਗਾ। ਸੋ ਕਿਤੇ ਨਾ ਕਿਤੇ ਅੰਦਰ ਗੱਲਾਂ ਵੀ ਚੱਲ ਰਹੀਆਂ ਹੋਣਗੀਆਂ, ਪਹਿਲਾਂ ਕੋਈ ਵਿਚਾਰ ਇਸ ਦੇ ਉੱਤੇ ਵਿਚਾਰ ਵਟਾਂਦਰਾ ਨਹੀਂ ਹੋਇਆ ਕਿ ਤਾਂ ਕਿ ਉਹਨਾਂ ਦੀ ਨਾਰਾਜ਼ਗੀ ਨੂੰ ਦੂਰ ਕੀਤਾ ਜਾਵੇ ਜਾਂ ਉਹਨਾਂ ਨੂੰ ਸੁਣਿਆ ਜਾਵੇ, ਜਾਂ ਉਹਨਾਂ ਨੇ ਕੋਈ ਗੱਲ ਰੱਖੀ ਹੋਵੇ ਜੋ 11 ਮਈ ਸੀ ਆਖਿਰ ਉਹਨਾਂ ਦੇ ਲਈ ਇਹ ਡੇਟ ਇੰਨੀ ਕਿਉਂ ਉਹਨਾਂ ਨੇ ਹਾਈਲਾਈਟ ਕੀਤੀ ਹੈ। ਹਜੇ ਦਿਨ ਸ਼ਾਇਦ ਸਿੱਧੂ ਸਾਹਿਬ ਪ੍ਰਧਾਨ ਬਣੇ ਆ, ਕੀ 11 ਮਈ ਨੂੰ ਕੀ ਸੀ? ਸੁਨੀਲ ਜਾਖੜ ਸਾਹਿਬ ਦਾ ਕਹਿਣਾ ਨਹੀਂ, ਕੀ 11 ਮਈ ਨੂੰ ਮੈਨੂੰ ਨਹੀਂ ਪਤਾ ਕੀ 11 ਮਈ ਨੂੰ ਕੋਈ ਹੋਇਆ ਸੀ। ਪਾਰਟੀ ਦੇ ਵਿੱਚ ਗੱਲਬਾਤ ਹੋਈ ਹੋਵੇ ਆਪਸ 'ਚ ਤੁਹਾਡੀ ਨਜ਼ਰ 'ਚ? ਮੈਨੂੰ ਯਾਦ ਨਹੀਂ, ਮੇਰੇ ਖਿਆਲ ਇਹ ਪ੍ਰਧਾਨ ਸ਼ਾਇਦ 11 ਮਈ ਨੂੰ ਅੱਜ ਦਿਨਾਂ ਨੋਟਿਸ ਹੋਇਆ ਸੀਗਾ। ਫਿਰ ਨੋਟਿਸ ਨੂੰ ਤੁਸੀਂ ਅਗਰ ਐਡਾ ਵੱਡਾ ਬਣਾਉਣਾ ਵਾ ਮੁੱਦਾ, ਤੇ ਫਿਰ ਤਾਂ ਮਤਲਬ ਵੀ ਫਿਰ ਜਿਹੜਾ ਪੁਰਾਣੇ ਸਾਰੇ ਅਹੁਦੇ ਸੀਗੇ, ਜਿਹੜੇ ਪੁਰਾਣਾ ਜਦੋਂ ਤੁਹਾਨੂੰ ਪ੍ਰਧਾਨ ਬਣਾਇਆ, CLP ਬਣਾਇਆ, ਲੋਕ ਸਭਾ ਦੀ ਟਿਕਟਾਂ ਦਿੱਤੀਆਂ, ਫਿਰ ਉਹ ਚੀਜ਼ਾਂ ਨੂੰ ਮਤਲਬ ਤੁਸੀਂ ਬਿਲਕੁਲ ਨਕਾਰਤਾ, ਖਤਮ ਕਰਤਾ। ਕਿਸੇ ਦੋ ਭਰਾਵਾਂ 'ਚ ਕੋਈ ਰਿਸ਼ਤੇ 'ਚ ਫਿੱਕ ਪੈ ਜਾਏ, ਕੋਈ ਭਰਾ ਕਿਸੇ ਨੂੰ ਕੁਛ ਕਹਿ ਦੇ ਜਾਂ ਵੱਡਾ ਕੁਛ ਕਹਿ ਦੇ ਜਾਂ ਛੋਟਾ ਕਹਿ ਦੇ ਜਾਂ ਮਾਂ ਪਿਓ ਕੁਛ ਕਹਿ ਦੇਣ ਜੀ, ਤੇ ਫਿਰ ਆਪਾਂ ਉਹ ਸਾਰਾ ਰਿਸ਼ਤਾ ਪੁਰਾਣਾ ਸਭ ਖਤਮ ਕਰ ਦਈਦਾ ਇੱਕ ਵਾਰ 'ਚ ਹੀ। ਇਹ ਸਿਰਫ ਬਹਾਨੇ ਆ, ਇਹ ਸਿਰਫ ਬਹਾਨੇ ਬਣਾਏ ਜਾ ਰਹੇ ਆ। ਇਸ ਕਰਕੇ ਬਣਾਏ ਜਾ ਰਹੇ ਆ ਵੀ ਕਿਉਂਕਿ ਤੁਸੀਂ ਪੋਲੀਟਿਕਸ ਆਫ ਕਨਵੀਨੀਅੰਸ ਕਰਨਾ ਚਾਹੁੰਦੇ ਹੋ, ਤੁਸੀਂ ਪੋਲੀਟਿਕਸ ਆਫ ਓਪਰਚੁਨਿਟੀ ਵਾਲੀ ਕਰਨਾ ਚਾਹੁੰਦੇ ਹੋ। ਤੁਸੀਂ ਜੀ ਸਦਕੇ ਕਰੋ, ਫਿਰ ਤੁਹਾਨੂੰ ਕੌਣ ਰੋਕ ਰਿਹਾ? ਤੁਸੀਂ ਅਗਰ ਇਹ ਰਾਜਨੀਤੀ ਕਰਨੀ ਆ ਤੇ ਇਸ ਰਾਜਨੀਤੀ ਨੂੰ ਤੁਹਾਨੂੰ ਕੋਈ ਰੋਕ ਨਹੀਂ ਰਿਹਾ, ਲੇਕਿਨ ਘੱਟੋ ਘੱਟ ਪਾਰਟੀ ਨੂੰ ਬਦਨਾਮ ਕਰਕੇ ਨਾ ਜਾਓ। ਇਹ ਉਹੀ ਪਾਰਟੀ ਆ ਜਿਹਨੇ ਤੁਹਾਨੂੰ ਸਾਰਾ ਕੁਝ ਦਿੱਤਾ ਸੀ। ਉਧਰ ਅਗਰ ਸਿੱਧੂ ਸਾਹਿਬ ਦੀ ਗੱਲ ਕਰੀਏ, ਸੋ ਸਿੱਧੂ ਸਾਹਿਬ ਵੀ ਇਸ ਵੇਲੇ ਜਿਹੜੇ ਨੇ ਉਹਨਾਂ ਨੂੰ ਵੀ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਗਏ, 1 ਸਾਲ ਦੀ ਸਜ਼ਾ ਹੋਈ ਹੈ, ਨਾਲ ਜੁਰਮਾਨਾ ਵੀ ਹੋਇਆ। ਸੋ ਉਸ ਨੂੰ ਕਿਸ ਤਰੀਕੇ ਨਾਲ ਲੈ ਰਹੇ ਹੋ? ਔਰ ਸਿੱਧੂ ਸਾਹਿਬ ਜਿਹੜੇ ਨੇ ਉਹ ਲਗਾਤਾਰ ਇਦਾਂ ਦੇ ਵਾਰ ਵੀ ਕਰਦੇ ਰਹੇ ਨੇ ਜਿਹਦੇ ਵਿੱਚ ਉਹ ਪਾਰਟੀ ਦੇ ਵਿੱਚ ਮੌਜੂਦਾ ਹੁੰਦੇ ਹੋਏ ਵੀ ਪਾਰਟੀ ਦੇ ਅਗੇਂਸਟ ਪਾਰਟੀ ਦੇ ਬਾਰੇ ਬੋਲਦੇ ਰਹੇ ਨੇ। ਮੈਂ ਹੁਣ ਇਹਦੇ ਬਾਰੇ ਕੀ ਕਹਿ ਸਕਦਾ? ਹੁਣ ਤਾਂ ਅੱਜ ਕੱਲ੍ਹ ਤਾਂ ਨਹੀਂ ਬੋਲ ਰਹੇ, ਖੈਰ ਅੱਜ ਕੱਲ੍ਹ ਤਾਂ ਸ਼ਾਂਤੀ ਆ। ਸੋ ਰਹੀ ਗੱਲ 1 ਸਾਲ ਦੀ ਸਜ਼ਾ ਹੋਈ ਆ, ਜ਼ਮਾਨਤ ਹੋ ਜੂਗੀ। ਸੋ ਇਹਦੇ ਬਾਰੇ ਤਾਂ ਕੀ ਹੁਣ ਹੋਰ ਕਹਿ ਸਕਦੇ ਹਾਂ ਜੀ। ਹੁਣ ਪੁਰਾਣੀਆਂ ਗੱਲਾਂ ਨੂੰ ਕਿੰਨਾ ਕੁ ਹੋਰ ਖਿੱਚੀ ਜਾਈਏ, ਜਿੱਦਣ ਬੋਲਣਗੇ ਉਦੋਂ ਵੇਖ ਲਾਂਗੇ ਜੀ। ਸੋ ਫਿਲਹਾਲ ਦੀ ਅਗਰ ਘੜੀ ਦੀ ਗੱਲ ਕੀਤੀ ਜਾਵੇ, ਸੋ ਜਿਹੜੇ ਕਹਿ ਲਓ ਕਿ ਕਾਂਗਰਸ ਦੇ ਥੰਬ ਸੀਗੇ ਉਹ ਹਿੱਲਦੇ ਦਿਖਾਈ ਦੇ ਰਹੇ ਨੇ। ਸੋ ਇਸ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੁਨਿਆਦ ਦੁਬਾਰਾ ਸੈੱਟ ਹੋ ਪਾਏਗੀ ਕਾਂਗਰਸ ਦੀ ਜਾਂ ਨਹੀਂ? ਕਿਉਂਕਿ ਹੁਣ ਅਗਰ ਦੇਖੀਏ ਤਾਂ ਜਿਹੜਾ ਕਾਂਗਰਸ ਦਾ ਅਸਤਿਤਵ ਹੈਗਾ ਉਸ ਨੂੰ ਕਾਫੀ ਵੱਡੀ ਠੇਸ ਪਹੁੰਚੀ ਹੈ। ਕਾਂਗਰਸ ਦੇ ਥੰਬ ਕਾਂਗਰਸ ਨੇ ਬਣਾਏ ਸੀ। ਇਹ ਕਿਹੜਾ ਕੋਈ ਬਾਹਰੋਂ ਮਤਲਬ ਵੀ ਬਹੁਤ ਮਾਸ ਲੀਡਰ ਸੀਗੇ ਸਾਰੇ ਵੀ ਜਿਨ੍ਹਾਂ ਨੇ ਆ ਕੇ ਪਾਰਟੀ ਨੂੰ ਮਤਲਬ ਇਹਨਾਂ ਦੇ ਕਿਸੇ ਦੇ ਖਾਨਦਾਨੀ ਤੌਰ ਦੇ ਉੱਤੇ ਪਾਰਟੀ ਸੀ, ਕਿਸੇ ਨੂੰ ਆ ਕੇ ਅਹੁਦੇ ਮਿਲੇ। ਔਰ ਅੱਜ ਉਹੀ ਜੇ ਅਗਰ ਬੁਨਿਆਦਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦੇ ਉੱਤੇ ਖੜੀ ਕੀਤੀ ਹੈ ਤਾਂ ਦੁਬਾਰਾ ਪਾਰਟੀ ਬੁਨਿਆਦ ਖੜੀ ਕਰ ਲੂਗੀ। ਸੋ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਨੂੰ? ਨਹੀਂ, ਫਰਕ ਪੈਂਦਾ ਵਾ, ਲੇਕਿਨ ਤੁਹਾਨੂੰ ਦੁਬਾਰਾ ਰੀਬਿਲਡ ਕਰਨਾ ਪੈਂਦਾ, ਤੁਹਾਡਾ ਜ਼ੋਰ ਜ਼ਿਆਦਾ ਲੱਗਦਾ, ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ। ਇਹ ਕਹਿਣਾ ਵੀ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਕਿਸੇ ਪੱਖੋਂ ਸਹੀ ਨਹੀਂ ਹੋਊਗਾ, ਲੇਕਿਨ ਹਾਂ ਤੁਹਾਨੂੰ ਜ਼ੋਰ ਜ਼ਿਆਦਾ ਲਾਉਣਾ ਪਊਗਾ, ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪਊਗੀ, ਲੇਕਿਨ ਹਿੰਮਤ 'ਚ ਕੋਈ ਕਮੀ ਨਹੀਂ ਰਹਿੰਦੀ। ਜਦੋਂ ਇਹੋ ਜਿਹੇ ਸਿਚੁਏਸ਼ਨਸ ਆਉਂਦੀਆਂ, ਇਸੇ ਸਿਚੁਏਸ਼ਨਸ ਦੇ ਵਿੱਚੋਂ ਬੰਦਿਆਂ ਦਾ ਪਤਾ ਚੱਲਦਾ, ਇਸੇ ਸਿਚੁਏਸ਼ਨਸ ਤੋਂ ਬੰਦਿਆਂ ਦੀ ਫਿਦਰਤ ਦਾ ਪਤਾ ਚੱਲਦਾ, ਇਸੇ ਸਿਚੁਏਸ਼ਨਸ ਤੋਂ ਬੰਦਿਆਂ ਦੇ ਕਰੈਕਟਰ ਦਾ ਪਤਾ ਚੱਲਦਾ। ਹੁਣ ਜੇਕਰ ਸੁਨੀਲ ਜਾਖੜ ਗਏ ਨੇ ਤਾਂ ਉਹਨਾਂ ਦੇ ਪਿੱਛੇ ਹੋ ਸਕਦਾ ਕਿ ਹੋਰ ਵੀ ਬਹੁਤ ਲੋਕ ਜਿਹੜੇ ਨੇ ਉਹ ਮੂਵ ਕਰਨ। ਸੋ ਇਸ ਬਾਰੇ ਕੀ ਸੋਚਦੇ ਹੋ? ਕੀ ਇਸ ਦੇ ਲਈ ਕੋਈ ਰਣਨੀਤੀ ਤਿਆਰ ਕੀਤੀ ਜਾਊਗੀ ਜਾਂ ਪਾਰਟੀ ਦੇ ਵਿੱਚ ਆਪਸ 'ਚ ਗੱਲ ਕੀਤੀ ਜਾਊਗੀ ਤਾਂ ਕਿ ਕੋਈ ਹੋਰ ਹੁਣ ਹਿਲਜੁਲ ਨਾ ਹੋਵੇ? ਦੇਖੋ, ਪਾਰਟੀ ਦੇ ਵਿੱਚ ਅਗਰ ਕੋਈ ਛੱਡ ਕੇ ਜਾ ਰਿਹਾ, ਹੁਣ ਕੋਈ ਕਿਸੇ ਨੇ ਮਨ ਹੀ ਬਣਾ ਲਿਆ ਛੱਡਣ ਦਾ, ਫਿਰ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਜੀ। ਕਿਸੇ ਨੂੰ ਧੱਕੇ ਨਾਲ ਰੱਖਣਾ ਵੀ ਨਹੀਂ ਚਾਹੀਦਾ। ਇਹ ਤਾਂ ਜਿਹੜੇ ਇਸ ਪਾਰਟੀ ਦੇ ਨਾਲ ਮੇਲ ਰੱਖਦੇ ਆ, ਉਹਨਾਂ ਦੀ ਸੋਚ ਮੇਲ ਖਾਂਦੀ, ਉਹੀ ਇਸ ਪਾਰਟੀ 'ਚ ਰਹਿਣਗੇ। ਔਰ ਇਹ ਮਾੜੇ ਟਾਈਮ ਦੀਆਂ ਨਿਸ਼ਾਨੀਆਂ ਕਹਿ ਲਓ, ਇਹ ਜਿਹੜੇ ਇਹ ਚੀਜ਼ਾਂ ਪੋਲੀਟੀਕਲ ਲੀਡਰ ਛੱਡਦੇ ਆ, ਇਹ ਇੱਕ ਤਰ੍ਹਾਂ ਤੋਂ ਇਹਨਾਂ ਲੀਡਰਾਂ ਦੇ ਕਿਰਦਾਰਾਂ ਦਾ ਸਾਰਾ ਕੁਝ ਸਾਹਮਣੇ ਆਉਂਦਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦਾ ਸਦਾ ਮਾੜਾ ਟਾਈਮ ਨਹੀਂ ਰਹਿ ਸਕਦਾ, ਕਿਤੇ ਨਾ ਕਿਤੇ ਪਾਰਟੀ ਵੀ ਉੱਭਰੂਗੀ, ਪਾਰਟੀ ਮਿਹਨਤ ਕਰੂਗੀ, ਪਾਰਟੀ ਆਪਣੇ ਆਪ ਉੱਭਰ ਜੂਗੀ। ਸੋ ਉਸ ਸਮੇਂ ਵੇਖਾਂਗੇ ਇਹ ਸਾਰਾ ਕੁਝ ਕੀ ਕਰ ਸਕਦੇ ਹਾਂ। ਅੱਜ ਤਾਂ ਇੱਕ ਟਾਈਮ ਮਾੜਾ ਚੱਲ ਰਿਹਾ ਪਾਰਟੀ ਦਾ, ਔਰ ਇਹ ਜਿਹੜੇ ਲੀਡਰਾਂ ਦੀ ਭੱਜਣਾ ਇਹ ਉਹਨਾਂ ਦੀਆਂ ਕਮਜ਼ੋਰੀਆਂ ਵਾ। ਸੋ ਠੀਕ ਆ, ਜਿਹੜੇ ਕਮਜ਼ੋਰ ਲੀਡਰ ਉਹ ਭੱਜ ਜਾਣਗੇ, ਦੁਬਾਰਾ ਪਾਰਟੀ ਖੜੀ ਹੋਊਗੀ, ਪਾਰਟੀ ਮਿਹਨਤ ਕਰੂਗੀ, ਪਾਰਟੀ ਦੁਬਾਰਾ ਚੱਲ ਪਊਗੀ। ਸੋ ਜਿਵੇਂ ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਚਲੋ ਪਾਰਟੀ ਹੁਣ ਦੁਬਾਰਾ ਮਿਹਨਤ ਕਰੂਗੀ ਜਾਂ ਕੁਝ ਵੀ ਉਸ ਚੀਜ਼ਾਂ ਨੂੰ ਰਿਕਵਰ ਕਰਨ ਦੇ ਵਿੱਚ ਜ਼ੋਰ ਤੇ ਲੱਗੂਗਾ, ਪਰ ਜੇਕਰ ਅਸੀਂ ਗੱਲ ਦੇਖੀਏ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਗਏ ਸੀਗੇ ਉਹ ਵੀ ਬੀਜੇਪੀ ਦੇ ਵਿੱਚ ਪਹੁੰਚ ਗਏ, ਜਾਖੜ ਸਾਹਿਬ ਗਏ ਉਹ ਵੀ ਬੀਜੇਪੀ ਦੇ ਵਿੱਚ ਪਹੁੰਚ ਗਏ। ਸੋ ਬੀਜੇਪੀ ਹੀ ਕਿਉਂ? ਅਗਰ ਉਹਨਾਂ ਨੇ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਸੀਗੀ, ਪਾਰਟੀ ਨੂੰ ਛੱਡਿਆ ਸੀ, ਛੱਡ ਵੀ ਸਕਦੇ ਸੀਗੇ, ਪਰ ਬੀਜੇਪੀ ਨੂੰ ਦਾ ਹੀ ਚੋਣ ਕਿਉਂ ਕੀਤੀ? ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਬੀਜੇਪੀ ਤੂਤੀ ਬੋਲ ਰਹੀ ਅੱਜ। ਬੀਜੇਪੀ ਦੀ ਦੇਸ਼ ਸਰਕਾਰ ਆ, ਸੈਂਟਰ ਸਰਕਾਰ ਆ, ਲੋਕਾਂ ਨੂੰ ਲੱਗਦਾ ਮਾਨ ਤਾਨ ਸੌਖੇ ਰਵਾਂਗੇ, ਸੌਖਾ ਸਮਾਂ ਕੱਢਾਂਗੇ, ਸਰਕਾਰਾਂ ਦੇ ਆਨੰਦ ਮਾਣਾਂਗੇ। ਸੋ ਇਹ
ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਉਦੋਂ ਕਾਂਗਰਸ ਪਾਰਟੀ ਨਾਲ ਸਾਰੇ ਚੱਲ ਪੈਂਦੇ ਆ। ਸੋ ਕਹਿਣ ਦਾ ਭਾਵ ਪੰਜਾਬ ਬਾਰੇ ਘੱਟ ਲੋਕ ਕੀ ਸੋਚਦੇ ਨੇ, ਲੀਡਰ ਜਿਹੜੇ ਨੇ ਉਹ ਸਿਰਫ ਆਪਣੇ ਫਾਇਦੇ ਬਾਰੇ ਜ਼ਿਆਦਾ ਸੋਚਦੇ। ਦੇਖਣ ਨੂੰ ਤਾਂ ਇਹੀ ਚੀਜ਼ਾਂ ਦਿਖ ਰਹੀਆਂ, ਔਰ ਉਹ ਸਪੈਸ਼ਲੀ ਉਹ ਲੀਡਰ ਜਿਹੜੇ ਕਈ ਲੋਕ ਪਾਵਰ ਪੋਜੀਸ਼ਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, ਹੁਣ ਲੱਗਦਾ ਵੀ ਅਸੀਂ ਪਾਵਰ ਪੋਜੀਸ਼ਨ 'ਚ ਰਹੀਏ, ਸੋ ਉਹ ਉਸ ਹਿਸਾਬ ਨਾਲ ਚੱਲ ਪੈਂਦੇ ਆ। ਅਗਰ ਤੁਸੀਂ ਪਾਵਰ ਪੋਜੀਸ਼ਨ ਦੇ ਨਾਲ ਹੀ ਕਈ ਲੋਕ ਆਪਣੇ ਆਪ ਨੂੰ ਜੋੜ ਕੇ ਰੱਖਣਾ ਚਾਹੁੰਦੇ ਆ, ਔਰ ਕਈ ਲੋਕ ਜਿਨ੍ਹਾਂ ਨੇ ਪਾਵਰ ਪੋਜੀਸ਼ਨਾਂ ਨਹੀਂ ਵੇਖੀਆਂ ਹੁੰਦੀਆਂ, ਜਿਨ੍ਹਾਂ ਨੂੰ ਸ਼ਾਇਦ ਇਹ ਚੀਜ਼ਾਂ ਦੇ ਮਾਇਨੇ ਜਾਂ ਉਹਨਾਂ ਨੂੰ ਇਹ ਚੀਜ਼ਾਂ ਅਟਰੈਕਟ ਨਹੀਂ ਕਰਦੀਆਂ, ਉਹ ਪਾਰਟੀ ਦੇ ਵਿੱਚ ਮਾੜੇ ਟਾਈਮ 'ਚ ਵੀ ਰਹਿੰਦੇ ਆ, ਉਹ ਪਾਰਟੀ ਨੂੰ ਖੜਾ ਵੀ ਕਰਦੇ ਆ, ਔਰ ਜਦੋਂ ਸਰਕਾਰ ਆਉਂਦੀ ਆ ਉਦੋਂ ਵੀ ਉਹ ਲੋਕਾਂ ਦੇ ਫੈਸਲੇ ਕਰਦੇ ਆ। ਲੇਕਿਨ ਜਿਹੜੇ ਲੋਕ ਪਾਵਰ ਪੋਜੀਸ਼ਨਾਂ ਦੇ ਹੁੰਦੇ ਆ ਉਹ ਸਿਰਫ ਆਪਣੇ ਆਪ ਬਾਰੇ ਸੋਚਦੇ ਆ, ਇਸ ਤੋਂ ਇਲਾਵਾ ਕੁਝ ਨਹੀਂ। ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨਹੀਂ ਬਣਾ ਪਾਈ ਉਸ ਦਾ ਕਾਰਨ ਇਹੀ ਚੀਜ਼ਾਂ ਰਹੀਆਂ ਨੇ ਜਿਹੜੀਆਂ ਹੁਣ ਵੀ ਲਗਾਤਾਰ ਅੱਗੇ ਵਧ ਰਹੀਆਂ ਨੇ? ਦੇਖੋ ਬੜੇ ਕਾਰਨ ਹੁੰਦੇ ਆ, ਸਰਕਾਰਾਂ ਨਾ ਬਣਨ ਦੇ ਬੜੇ ਕਾਰਨ ਹੁੰਦੇ, ਸਰਕਾਰਾਂ ਬਣਨ ਦੇ। ਇਹ ਤਾਂ ਹੁਣ ਸਮਾਂ ਇਹੋ ਜਿਹਾ ਵਾ ਵੀ ਅੱਜ ਪਾਰਟੀ ਦਾ ਟਾਈਮ ਇਹੋ ਜਿਹਾ ਵਾ ਵੀ ਜਿਹਦੇ ਨਾਲ ਸਵਾਲ ਹਰ ਚੀਜ਼ ਦੇ ਉੱਤੇ ਖੜੇ ਹੋ ਰਹੇ ਆ। ਸੋ ਇਸ ਸਮੇਂ ਦੀ ਗੱਲ ਆ, ਸਮਾਂ ਦਰੁਸਤ ਹੋ ਜਾਊਗਾ ਤੇ ਇਹੀ ਚੀਜ਼ਾਂ, ਇਹੀ ਲੀਡਰ ਚੰਗੇ ਲੱਗਣ ਲੱਗ ਪੈਂਦੇ ਆ ਲੋਕਾਂ ਨੂੰ। ਸੋ ਸਮੇਂ ਦੀ ਗੱਲ ਆ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੋ ਇਹ ਹੈਗਾ ਰਿਐਕਸ਼ਨ ਜੀ ਕਾਂਗਰਸ ਦਾ। ਸੋ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਦੇ ਜਾਣ ਦਾ ਫਰਕ ਤੇ ਪੈਂਦਾ, ਪਰ ਇਹਦੇ ਨਾਲ ਇਹ ਨਹੀਂ ਹੈ ਕਿ ਪਾਰਟੀ ਖਤਮ ਹੋ ਜਾਂਦੀ ਹੈ। ਪਾਰਟੀ ਨੇ ਹੀ ਇਹ ਨੁਮਾਇੰਦੇ ਬਣਾਏ ਨੇ ਤੇ ਪਾਰਟੀ ਦੁਬਾਰਾ ਤੋਂ ਜ਼ੋਰ ਲਗਾ ਕੇ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਸਟੈਂਡ ਜਿਹੜੇ ਬਾਕੀ ਦੇ ਲੀਡਰਸ ਨੇ ਉਹ ਕਰਨਗੇ, ਔਰ ਕਾਂਗਰਸ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਮਜ਼ਬੂਤ ਬਣਨ ਦੀ ਵੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਰਾਏ, ਹਮਦਰਦ ਟੀਵੀ, ਚੰਡੀਗੜ੍ਹ।